ओवर आर वर्किंग ईयर्स ਅਸੀਂ ਕਈ ਵਾਰ ਆਪਣੀ ਜੌਬ ਚੇਂਜ ਕਰਦੇ ਹਾਂ ਜਾਂ ਫਿਰ ਜੌਬ ਕੰਪਲੀਟਲੀ ਕੁਇਟ ਕਰ ਦਿੰਦੇ ਹਾਂ ਜਾਂ ਕਈ ਵਾਰ ਸਾਡੀ ਫੋਰਸਡ ਲੇ-ਆਫਸ ਹੋ ਜਾਂਦੀਆਂ ਤੇ ਉਸ ਸਿਚੁਏਸ਼ਨ ਵਿੱਚ ਜਿਹੜੇ ਸਾਡੇ EMPLOYER ਬੇਸਡ ਪੈਨਸ਼ਨ ਪਲਾਨਸ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਕੁਇਟ ਕਰਨ ਤੋਂ ਬਾਅਦ ਜਾਂ EMPLOYER ਚੇਂਜ ਕਰਨ ਤੋਂ ਬਾਅਦ ਇਸ ਚੀਜ਼ ਦਾ ਸਾਨੂੰ ਕਈ ਵਾਰ ਬਿਲਕੁਲ ਅੰਦਾਜ਼ਾ ਹੀ ਨਹੀਂ ਹੁੰਦਾ। ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੀ ਆਪਸ਼ਨਸ ਕੀ ਹੈ ਜੌਬ ਕੁਇਟ ਕਰਨ ਤੋਂ ਬਾਅਦ ਸਾਡੇ ਜਿਹੜੇ EMPLOYER ਬੇਸਡ ਪੈਨਸ਼ਨ ਪਲਾਨ ਹੈ ਉਹਦਾ ਕੀ ਹੋਏਗਾ। देखो ਜਦੋਂ ਤੁਸੀਂ ਇੱਥੇ ਕੈਨੇਡਾ 'ਚ ਕਿਸੇ ਵੱਡੇ EMPLOYER ਨਾਲ ਕੰਮ ਕਰਦੇ ਹੋ ਕਾਰਪੋਰੇਟ EMPLOYERS ਨਾਲ ਕੰਮ ਕਰਦੇ ਹੋ ਤੇ ਤੁਹਾਨੂੰ ਆਟੋਮੈਟਿਕਲੀ ਇੱਕ ਕੰਪਨੀ ਦੇ ਪੈਨਸ਼ਨ ਪਲਾਨ ਵਿੱਚ ਐਨਰੋਲ ਕਰ ਦਿੱਤਾ ਜਾਂਦਾ ਹੈ ਤੁਹਾਡੇ ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ। ਸੋ ਇਹ ਜਿਹੜੇ ਪੈਨਸ਼ਨ ਪਲਾਨ ਹੁੰਦੇ ਨੇ ਇਹ ਦੋ ਹਿੱਸਿਆਂ ਵਿੱਚ ਆਪਾਂ ਵੰਡ ਸਕਦੇ ਹਾਂ ਜਿਹੜੇ EMPLOYER ਬੇਸਡ ਪਲਾਨ ਹੁੰਦੇ ਨੇ। ਪਹਿਲਾ ਹੁੰਦਾ ਹੈ DPSP ਡੈਫਰਡ ਪ੍ਰੋਫਿਟ ਸ਼ੇਅਰਿੰਗ ਪਲਾਨ ਜਾਂ RPP ਰਜਿਸਟਰਡ ਪੈਨਸ਼ਨ ਪਲਾਨ। ਨਾਓ ਇਹ DPSP ਜਾਂ RPP ਦਾ ਜਿਹੜਾ ਪੋਰਸ਼ਨ ਹੈ ਇਹਦੇ ਵਿੱਚ ਸਿਰਫ EMPLOYER ਹੀ ਕੰਟਰੀਬਿਊਟ ਕਰ ਸਕਦਾ ਹੈ ਤੇ ਕਈ ਵਾਰ EMPLOYER ਕਹਿੰਦਾ ਹੈ ਕਿ ਭਾਵੇਂ ਤੁਸੀਂ ਕੰਟਰੀਬਿਊਟ ਕਰੋ ਆਪਣੇ ਰਿਟਾਇਰਮੈਂਟ ਪਲਾਨ 'ਚ ਜਾਂ ਨਾ ਕਰੋ ਅਸੀਂ ਤੁਹਾਨੂੰ ਕੁਝ ਨਾ ਕੁਝ ਕੰਟਰੀਬਿਊਸ਼ਨਸ ਜ਼ਰੂਰ ਦੇਵਾਂਗੇ। ਇਹਦੇ ਨਾਲ EMPLOYER ਐਕਚੁਅਲੀ ਇੱਕ ਹੋਰ ਕੰਡੀਸ਼ਨ ਲਾ ਦਿੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਵੈਸਟਿੰਗ ਪੀਰੀਅਡ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਡਿਪੈਂਡਿੰਗ ਔਨ EMPLOYER ਟੂ EMPLOYER ਉਹ ਵੈਸਟਿੰਗ ਪੀਰੀਅਡ 1 ਜਾਂ 2 ਸਾਲ ਦਾ ਹੁੰਦਾ। ਸੋ EMPLOYER ਕੰਡੀਸ਼ਨ ਲਾਉਂਦਾ ਹੈ ਕਿ ਜੇ ਤੁਸੀਂ ਇਹ ਜੌਬ 1 ਸਾਲ ਜਾਂ 2 ਸਾਲ ਤੋਂ ਪਹਿਲਾਂ ਛੱਡ ਕੇ ਗਏ ਤੇ ਜਿਹੜੀ ਅਸੀਂ ਕੰਟਰੀਬਿਊਸ਼ਨਸ ਕੀਤੀ ਸੀਗੀ ਉਹ ਤੁਹਾਨੂੰ ਕਦੀ ਨਹੀਂ ਮਿਲਣਗੀਆਂ। ਸੋ ਇਹ ਹੋ ਗਿਆ ਪਹਿਲਾ ਪੋਰਸ਼ਨ। ਸੈਕੰਡ ਪੋਰਸ਼ਨ ਗਰੁੱਪ ਪਲਾਨਸ ਦਾ ਹੁੰਦਾ ਹੈ ਗਰੁੱਪ RRSP। ਸੋ ਉਹਦਾ ਮਤਲਬ ਇਹ ਹੈ ਕਿ ਕੰਪਨੀ ਤੁਹਾਨੂੰ ਇੱਕ ਗਰੁੱਪ RRSP ਸ਼ੁਰੂ ਕਰ ਦਿੰਦੀ ਹੈ ਜਿਹਦੇ ਵਿੱਚ ਤੁਸੀਂ ਕੰਟਰੀਬਿਊਟ ਕਰ ਦਿੰਦੇ ਹੋ ਤੇ ਉਹਦਾ ਯੂਜ਼ ਹੁੰਦਾ ਹੈ ਕਿ ਜਨਰਲੀ EMPLOYERS ਕੀ ਕਹਿੰਦੇ ਨੇ ਕਿ ਤੁਸੀਂ ਜੇ ਆਪਣੀ ਗਰੁੱਪ RRSP ਵਿੱਚ ਕੰਟਰੀਬਿਊਟ ਕਰੋਗੇ ਤੇ ਅਸੀਂ ਵੀ ਉਹ ਜਿਹੜੀ ਕੰਟਰੀਬਿਊਸ਼ਨ ਤੁਹਾਡੀ ਹੈ ਉਹਨੂੰ ਮੈਚ ਕਰਾਂਗੇ। ਸੋ ਉਹ ਮੈਚਿੰਗ ਡਾਲਰ ਟੂ ਡਾਲਰ ਵੀ ਹੋ ਸਕਦੀ ਹੈ 50 ਸੈਂਟਸ ਟੂ ਅ ਡਾਲਰ ਜਾਂ 25 ਸੈਂਟਸ ਟੂ ਅ ਡਾਲਰ ਹੋ ਸਕਦੀ ਹੈ ਡਿਪੈਂਡਿੰਗ ਔਨ EMPLOYER ਦਾ ਕੀ ਕੰਟਰੈਕਟ ਹੈ ਕਿਸ ਤਰ੍ਹਾਂ ਉਹਨੇ ਸੈਟਅਪ ਕੀਤੇ ਹੈ ਆਪਣੇ EMPLOYER ਬੇਸਡ ਪਲਾਨਸ। ਸੋ ਅਗੇਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਤਾਂ DPSP ਇੱਕ ਗਰੁੱਪ RRSP। DPSP ਵਿੱਚ ਸਿਰਫ EMPLOYER ਕੰਟਰੀਬਿਊਟ ਕਰਦਾ ਹੈ RRSP ਵਿੱਚ ਤੁਸੀਂ ਆਪਣੇ ਆਪ ਕੰਟਰੀਬਿਊਟ ਕਰਦੇ ਹੋ। ਨਾ ਜਦੋਂ ਤੁਸੀਂ ਜੌਬ ਕੁਇਟ ਕਰਦੇ ਹੋ ਜਾਂ EMPLOYER ਚੇਂਜ ਕਰਦੇ ਹੋ ਜਾਂ ਤੁਹਾਡੀ ਫੋਰਸਡ ਲੇ-ਆਫ ਹੋ ਜਾਂਦੀ ਹੈ ਤੇ ਜੋ ਵੀ ਇਹ DPSP ਜਾਂ ਗਰੁੱਪ RRSP ਇੰਸ਼ੋਰੈਂਸ ਕੰਪਨੀ ਜੋ ਵੀ ਇਹ ਮੈਨੇਜ ਕਰ ਰਹੀ ਹੈ ਉਹ ਤੁਹਾਨੂੰ ਇੱਕ ਡਾਕੂਮੈਂਟੇਸ਼ਨ ਭੇਜਦੀ ਹੈ। ਉਹ 4-5 ਪੇਜ ਦਾ ਡਾਕੂਮੈਂਟ ਹੁੰਦਾ ਤੇ ਜਨਰਲੀ ਹੁੰਦਾ ਕੀ ਹੈ ਅਸੀਂ ਉਹ ਡਾਕੂਮੈਂਟ ਸਮਝ ਨਹੀਂ ਪਾਉਂਦੇ ਸਾਨੂੰ ਪਤਾ ਨਹੀਂ ਲੱਗਦਾ ਤੇ ਪਲਾਨ ਉੱਥੇ ਹੀ ਪਿਆ ਰਹਿੰਦਾ। ਉਹਦੇ ਵਿੱਚ ਜਨਰਲੀ 2 ਜਾਂ 3 ਆਪਸ਼ਨਸ ਤੁਹਾਨੂੰ ਦਿੱਤੀਆਂ ਜਾਂਦੀਆਂ ਤੁਹਾਡੇ ਕੁਇਟ ਕਰਨ ਤੋਂ ਬਾਅਦ। ਪਹਿਲੀ ਆਪਸ਼ਨ ਕੁਝ EMPLOYERS ਦਿੰਦੇ ਨੇ ਕਿ ਤੁਸੀਂ ਵਿਦਡਰਾ ਕਰ ਸਕਦੇ ਹੋ ਕੈਸ਼ ਵਿੱਚ ਜੋ ਵੀ ਤੁਹਾਡੀ ਸੇਵਿੰਗਸ ਹੋਈਆਂ ਓਵਰ ਦ ਈਅਰਸ। ਬਟ ਅਗੇਨ ਜਦੋਂ ਤੁਸੀਂ ਵਿਦਡਰਾ ਕਰਦੇ ਹੋ ਯੂ ਹੈਵ ਟੂ ਪੇ ਸਮ ਵਿਦ ਹੋਲਡਿੰਗ ਟੈਕਸ 20 to 30% ਡਿਪੈਂਡਿੰਗ ਔਨ ਤੁਸੀਂ ਕਿੰਨਾ ਵਿਦਡਰਾ ਕਰ ਰਹੇ ਹੋ। And again, that sometimes may not be possible with DPSP plans because ਉਹ EMPLOYER ਦੀ contribution ਹੈ ਉਹ ਤੁਸੀਂ ਕਢਾ ਨਹੀਂ ਸਕਦੇ ਸਿਰਫ ਤੁਸੀਂ ਆਪਣੀ ਗਰੁੱਪ RRSP withdraw ਕਰ ਸਕਦੇ ਹੋ। ਸੈਕੰਡ ਆਪਸ਼ਨ ਹੁੰਦੀ ਹੈ ਕੰਪਨੀ ਤੁਹਾਨੂੰ ਆਪਸ਼ਨ ਦਿੰਦੀ ਹੈ ਕਿ ਤੁਹਾਡਾ ਜਿਹੜਾ ਭਾਵੇਂ ਤੁਸੀਂ ਕੁਇਟ ਕਰਤਾ ਲੇਕਿਨ ਤੁਸੀਂ ਆਪਣੇ ਕੰਟਰੀਬਿਊਸ਼ਨਸ ਜਾਂ ਸਾਡੀ ਜਿਹੜੀ ਆਪਾਂ ਕੰਟਰੀਬਿਊਸ਼ਨਸ ਕੀਤੀ ਸੀ ਇਸੇ ਪਲਾਨ ਵਿੱਚ ਰਹਿਣ ਦਿਓ ਇੱਦਾਂ ਹੀ ਚੱਲਦੇ ਰਹਿਣ ਦਿਓ। ਤੀਸਰੀ ਆਪਸ਼ਨ ਕੰਪਨੀ ਦਿੰਦੀ ਹੈ ਕਿ ਤੁਸੀਂ ਆਪਣੀ ਜਿਹੜੀ ਗਰੁੱਪ RRSP ਸੀ ਜਾਂ ਆਪਾਂ ਜੋ ਕੰਟਰੀਬਿਊਟ ਕੀਤਾ ਸੀਗਾ ਤੁਸੀਂ ਆਪਣੀ ਪਰਸਨਲ ਅਕਾਊਂਟਸ ਵਿੱਚ ਪਰਸਨਲ RRSP ਵਿੱਚ ਜਾਂ ਪਰਸਨਲ ਲੌਕਡ ਇਨ ਰਿਟਾਇਰਮੈਂਟ ਅਕਾਊਂਟ ਜਾਂ ਲੀਰਾ ਵਿੱਚ ਟ੍ਰਾਂਸਫਰ ਕਰ ਲਓ। ਸੋ ਬੇਸਿਕਲੀ ਜਦੋਂ ਵੀ ਤੁਸੀਂ ਕੁਇਟ ਕਰਦੇ ਹੋ ਜਦੋਂ ਵੀ ਤੁਹਾਡੀ ਲੇ-ਆਫ ਹੁੰਦੀ ਹੈ ਜੇ ਤੁਸੀਂ ਕੰਪਨੀ ਪਲਾਨਸ ਵਿੱਚ ਐਨਰੋਲਡ ਹੋ make sure ਕਰਿਆ ਕਰੋ that you transfer all the funds that you had contributed and company had contributed to your personal locked in retirement account ਲੀਰਾ ਜਾਂ personal RRSPs। ਤੇ ਟ੍ਰਾਂਸਫਰ ਕਰਨਾ ਜ਼ਰੂਰੀ ਕਿਉਂ ਹੈ ਬਿਕੋਜ਼ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਇੱਕ ਵਾਰ ਨਹੀਂ 3-4 ਵਾਰ EMPLOYER ਚੇਂਜ ਕੀਤਾ ਹੋਇਆ ਹੈ ਤੇ ਤੁਹਾਨੂੰ ਪਤਾ ਹੀ ਨਹੀਂ ਰਹਿੰਦਾ ਤੁਸੀਂ ਟਰੈਕ ਹੀ ਨਹੀਂ ਕਰ ਪਾਉਂਦੇ ਕਿ ਜਿਹੜੇ ਪਹਿਲੇ EMPLOYER ਦੇ ਨਾਲ ਆਪਾਂ ਕੰਟਰੀਬਿਊਸ਼ਨਸ ਕੀਤੀਆਂ ਸੀਗੀਆਂ ਉਹ ਕਿੱਥੇ ਪਹੁੰਚੀਆਂ ਹਾਊ ਦੇ ਆਰ ਵਰਕਿੰਗ ਕਿਉਂਕਿ ਉਸ ਪਲਾਨ ਦਾ ਕੰਟਰੋਲ ਕਿਹਦੇ ਕੋਲ ਹੈ ਤੁਹਾਡੇ ਪ੍ਰੀਵੀਅਸ EMPLOYER ਕੋਲ ਹੈ। ਉਹੀ ਡਿਸਾਈਡ ਕਰਦਾ ਹੈ ਕਿ ਕਿਹੜੀ ਇਨਵੈਸਟਮੈਂਟਸ ਕਰਨੀ ਹੈ ਕੀ ਉਹਦੀ ਫੀਸ ਹੋਣਗੀਆਂ
ਤੇ ਕਿਸ ਤਰ੍ਹਾਂ ਉਹ ਪਲਾਨ ਚੱਲੇਗਾ। ਕਈ ਵਾਰ ਕੀ ਹੁੰਦਾ ਪਲਾਨ EMPLOYER ਜਿਹੜੇ ਹੈਗੇ ਉਹ ਇੰਸ਼ੋਰੈਂਸ ਕੰਪਨੀਜ਼ ਚੇਂਜ ਕਰਦੇ ਜੋ ਮੈਨੇਜ ਕਰਦੇ ਨੇ ਇਹ ਪਲਾਨ। ਕਈ ਵਾਰ ਸਨ ਲਾਈਫ ਟੂ ਮੈਨੂਲਾਈਫ ਟੂ IA ਟੂ ਬੈਕ ਟੂ ਸਨ ਲਾਈਫ, ਤੇ ਉਹ ਸਾਰੀ ਜਿਹੜੇ ਤੁਹਾਡਾ ਪੈਸਾ ਹੈ ਤੁਹਾਨੂੰ ਤੁਹਾਡਾ ਟਰੈਕ ਰੱਖਣਾ ਆਲਮੋਸਟ ਇੰਪੋਸੀਬਲ ਹੋ ਜਾਂਦਾ ਹੈ ਓਵਰ ਦ ਈਅਰਸ। ਸੋ ਇਹ ਤੇ ਇੱਕ ਪਹਿਲਾ ਰੀਜ਼ਨ ਹੈ ਕਿ ਤੁਸੀਂ ਹਮੇਸ਼ਾ ਆਪਣੇ ਪਰਸਨਲ ਅਕਾਊਂਟਸ ਵਿੱਚ ਟ੍ਰਾਂਸਫਰ ਕਰ ਲਓ। ਸੈਕੰਡ ਰੀਜ਼ਨ ਹੈ what if ਜੇ ਤੁਹਾਡਾ previous employer bankrupt ਹੋ ਜਾਏ, ਜੇ ਉਹ bankrupt ਹੋ ਜਾਂਦਾ ਹੈ then their creditors might also come after the employer contribution। ਜੇ ਤੁਹਾਨੂੰ ਯਾਦ ਹੋਏ Nortel ਇੱਕ ਕੰਪਨੀ ਸੀਗੀ ਜਾਂ Sears ਇੱਕ ਕੰਪਨੀ ਸੀ, ਉਹਨਾਂ ਦੇ ਜਿਹੜੇ ਰਿਟਾਇਰੀ ਸੀਗੇ, ਉਹਨਾਂ ਦੇ ਜਿਹੜੇ ਪੈਨਸ਼ਨ ਹੋਲਡਰ ਸੀਗੇ, what legal battle they have to go through to get their own pension। ਸੋ ਜਦੋਂ ਵੀ ਤੁਸੀਂ ਕੋਈ employer quit ਕਰਦੇ ਹੋ, change ਕਰਦੇ ਹੋ ਜਾਂ ਤੁਹਾਡੀ layoff ਹੁੰਦੀ ਹੈ, just make sure you are transferring all your company based pension plans to your personal pension plans। Now if you have any questions or if you need any help regarding this, ਤੁਸੀਂ ਮੈਨੂੰ ਹਮੇਸ਼ਾ ਕਾਲ ਕਰ ਸਕਦੇ ਹੋ। ਨੰਬਰ ਉਹੀ ਹੈ ਜੀ 4162701234। Sagun Goyal, thanks for stopping by।